ਵੀਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਈਸਟ ਅਫਰੀਕਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਵੀਰ ਰਮਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਹੁਤ ਜ਼ਰੂਰੀ ਤਰੀਕ ਮੈਂ ਤੁਹਾਡੇ ਨੋਟਿਸ ਵਿੱਚ ਲਿਆ ਰਿਹਾ ਹਾਂ। 6 ਦਸੰਬਰ ਦਾ ਦਿਨ ਉਹ ਦਿਨ ਹੈ ਜਿਸ ਦਿਨ ਅਕਿਰਤਕਾਨ ਹਿੰਦੂਆਂ ਨੇ ਮੁਸਲਮਾਨਾਂ ਦੀ ਪਵਿੱਤਰ ਮਸਜਿਦ ਬਾਬਰੀ ਮਸਜਿਦ ਅਯੋਧਿਆ ਨੂੰ ਢਾਹ ਢੇਰੀ ਕੀਤਾ ਸੀ। ਕਿਰਪਾ ਕਰਕੇ ਇਸ ਸੰਬੰਧੀ ਸਮੁੱਚੀ ਸਿੱਖ ਕੌਮ ਜਿਹੜੀ ਕਿ ਖਾਲਿਸਤਾਨ ਦੀ ਵਾਸੀ ਹੈ ਵੱਲੋਂ ਮੁਸਲਮਾਨ ਭੈਣ ਭਰਾਵਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰੋ। ਇਸ ਸਦਭਾਵਨਾ ਨਾਲ ਦੋਹਾਂ ਕੌਮਾਂ ਵਿੱਚ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਹੋਰ ਵੀ ਪੀੜੀ ਹੋਵੇਗੀ। ਗੁਰੂ ਸਾਹਿਬ ਦਾ ਫਰਮਾਨ ਹੈ, ਏਕ ਪਿਤਾ ਏਕਸ ਕੇ ਹਮ ਬਾਲਕ ਤੂੰ ਮੇਰਾ ਗੁਰ ਹਾਈ। ਪੂਰਨ ਸਤਿਕਾਰ ਤੇ ਉਮੀਦ ਸਹਿਤ ਸਿੱਖਾਂ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਜਿੰਦਾਬਾਦ। ਜੀ ਡਾਕਟਰ ਸਾਹਿਬ। ਵੀਰ ਰਮਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਈਸਟ ਅਫਰੀਕਾ ਤੋਂ ਲਿਖਿਆ ਜੀ। ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਨੇ ਜੀ ਔਰ ਅਕਸਰ ਸਾਨੂੰ ਲਿਖਦੇ ਰਹਿੰਦੇ ਨੇ ਔਰ ਸਾਨੂੰ ਇਹ ਸਮੇਂ-ਸਮੇਂ ਬੜੀਆਂ ਅਹਿਮ ਖਬਰਾਂ ਦੀ ਵੀ ਜਾਣਕਾਰੀ ਦਿੰਦੇ ਨੇ ਜੀ। ਬੇਸ਼ੱਕ ਅਸੀਂ ਵਰਲਡ ਹਿਸਟਰੀ ਦੇ ਹਵਾਲੇ ਨਾਲ ਇਸ ਦਿਨ ਨੂੰ, ਕਿਉਂਕਿ 6 ਦਸੰਬਰ 1992 ਦਾ ਦਿਨ ਸੀ ਜਿਸ ਦਿਨ LK ਅਡਵਾਨੀ, ਸੁਸ਼ਮਾ ਸਵਰਾਜ, ਇਹ ਦੂਸਰੇ ਜਿਹੜੇ ਅੱਜ ਫਰੰਟ ਰੈਂਕਿੰਗ BJP ਦੇ ਲੀਡਰ ਨੇ, ਇਹਨਾਂ ਸਾਰਿਆਂ ਦੀ ਅਗਵਾਈ ਦੇ ਵਿੱਚ ਬਾਬਰੀ ਮਸਜਿਦ ਜਿਹੜੀ ਕਿ ਅਯੁੱਧਿਆ UP ਦੇ ਵਿੱਚ ਹੈ ਉਸ ਨੂੰ ਢਾਹ ਢੇਰੀ ਕੀਤਾ ਗਿਆ ਸੀ ਜੀ। ਉਸ ਵੇਲੇ ਦਿੱਲੀ ਦੇ ਵਿੱਚ ਕੇਂਦਰ ਦੀ ਜਿਹੜੀ ਹੈ ਨਰਸਿਮਹਾ ਰਾਓ ਦੀ ਸਰਕਾਰ ਸੀ ਔਰ UP ਦੇ ਵਿੱਚ ਕਲਿਆਣ ਸਿੰਘ ਚੀਫ ਮਿਨਿਸਟਰ ਸੀ, ਕਿਉਂਕਿ UP ਦੇ ਵਿੱਚ BJP ਦੀ ਸਰਕਾਰ ਸੀ ਜੀ। ਸੋ ਅਸੀਂ ਇਸ ਨੂੰ ਵਰਲਡ ਹਿਸਟਰੀ ਦੇ ਹਵਾਲੇ ਨਾਲ ਜ਼ਰੂਰ ਡਿਸਕਸ ਕਰਨਾ ਸੀ, ਪਰ ਕਿਉਂਕਿ ਉਹਨਾਂ ਦੀ ਈਮੇਲ ਇਸ ਦੇ ਉੱਤੇ ਹੈ ਔਰ ਇਹਨੂੰ ਅਸੀਂ ਇੱਕ ਅਹਿਮ ਵਿਸ਼ਾ ਵੀ ਸਮਝਦੇ ਹਾਂ ਜੀ ਜੀ। ਸੋ ਇਸ ਲਈ ਅਸੀਂ ਇਸ ਨੂੰ ਆਪਣੇ ਇਸ ਪਹਿਲੇ ਸੈਗਮੈਂਟ ਦੇ ਵਿੱਚ ਹੀ ਉਹਨਾਂ ਦੀ ਇੱਛਾ ਅਨੁਸਾਰ ਇਸ ਦੇ ਉੱਤੇ ਅਸੀਂ ਵਿਚਾਰ ਵੀ ਕਰਾਂਗੇ ਜੀ। ਮੈਨੂੰ ਯਾਦ ਹੈ ਕਿ ਕਿਉਂਕਿ ਇਹ ਅਜੇ ਲਗਭਗ 1 ਸਾਲ ਬਾਅਦ ਜਦੋਂ ਮੈਂ ਨਵੰਬਰ 1991 'ਚ ਸਪੋਕਸਪਰਸਨ ਦੇ ਤੌਰ 'ਤੇ ਪੰਥਕ ਕਮੇਟੀ ਦੇ, ਜਿਹੜੀ ਕਿ ਉਸ ਵੇਲੇ ਪੰਜਾਬ ਦੇ ਵਿੱਚ ਬੜੀ ਪਾਵਰਫੁਲ ਐਂਟੀਟੀ ਸੀ, ਪੰਥਕ ਕਮੇਟੀ ਦਾ ਇੱਕ ਸ਼ਬਦ ਹੀ ਜਿਹੜਾ ਉਹ ਲਾਅ ਆਫ ਦਾ ਲੈਂਡ ਸੀ ਜੀ, ਤੇ ਉਹਦਾ ਸਪੋਕਸਪਰਸਨ ਹੋਣ ਦੇ ਨਾਤੇ ਮੈਂ ਸੇਵਾ ਲਈ ਸੀ। ਖਾਲਿਸਤਾਨ ਅਫੇਅਰ ਸੈਂਟਰ ਉਦੋਂ ਹੀ ਸ਼ੁਰੂ ਹੋਇਆ ਜੀ, ਤੇ ਮੈਂ ਸ਼ਾਇਦ ਮੇਰੀ ਦੂਸਰੀ ਵਿਜ਼ਿਟ ਸੀ, ਉਦੋਂ ਮੈਂ ਅਜੇ ਕੈਲੀਫੋਰਨੀਆ ਬੇਸਡ ਸੀ, ਬੇ ਏਰੀਆ ਸੈਂਟਾ ਕਲੈਰਾ, ਔਰ ਮੈਂ ਨਿਊਯਾਰਕ ਵਿਜ਼ਿਟ ਕਰ ਰਿਹਾ ਸੀ। ਦਸੰਬਰ ਦਾ ਜਿਹੜਾ ਪਹਿਲਾ ਹਫਤਾ ਹੀ ਸੀ, ਸ਼ਾਇਦ 10 ਦਸੰਬਰ ਨੂੰ, ਕਿਉਂਕਿ ਉਦੋਂ ਹਿਊਮਨ ਰਾਈਟਸ ਡੇ ਦਾ ਇੱਥੇ ਡੈਮੋਨਸਟ੍ਰੇਸ਼ਨ ਰੱਖਿਆ ਹੋਇਆ ਸੀ UN ਦੇ ਬਾਹਰ ਜੀ, ਤੇ ਮੈਨੂੰ ਇੱਥੋਂ ਦੇ ਸਿੱਖ ਯੂਥ ਦੀ ਬ੍ਰਾਂਚ ਨੇ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਆ ਜਾਵਾਂ, ਹੋਰ ਵੀ ਜਿਹੜੇ ਨੇ ਫੰਕਸ਼ਨ ਛੋਟੇ ਅਸੀਂ ਪਹਿਲਾਂ ਆਰਗੇਨਾਈਜ਼ ਕਰੀਏ ਜੀ। ਤੇ ਉਦੋਂ ਹੀ ਇਹ ਵਾਕਿਆ ਜਿਹੜਾ 6 ਦਸੰਬਰ 1992 ਨੂੰ ਹੋਇਆ। ਸੋ ਉਦੋਂ ਇੱਥੇ ਇੱਕ ਬੜਾ ਪਪੂਲਰ TV ਚੈਨਲ ਥਰਡ ਵਰਲਡ ਬ੍ਰੌਡਕਾਸਟਿੰਗ ਚੱਲਦਾ ਸੀ ਜੀ। ਉਹਨਾਂ ਨੂੰ ਪਤਾ ਲੱਗਾ ਕਿ ਵੀ ਜਿਹੜਾ ਮੈਂ ਵੀ ਟਾਊਨ 'ਚ ਹੈ, ਤੇ ਉਹਨਾਂ ਨੇ ਇੱਕ ਪੈਨਲ ਡਿਸਕਸ਼ਨ ਰੱਖੀ ਇਸ ਥਰਡ ਵਰਲਡ ਬ੍ਰੌਡਕਾਸਟਿੰਗ ਤੇ ਇਸ ਮੁੱਦੇ ਦੇ ਉੱਤੇ ਜੀ। ਉਹਦੇ 'ਚ ਮੈਨੂੰ ਇਨਵਾਈਟ ਕੀਤਾ। ਕੋਲੰਬੀਆ ਯੂਨੀਵਰਸਿਟੀ ਜਦੋਂ ਇੱਕ ਪ੍ਰੋਗਰੈਸਿਵ ਸਟੂਡੈਂਟ ਫਰੰਟ ਦੇ ਚੇਅਰਪਰਸਨ ਸੀ ਮਿਸਟਰ ਸਿਧਾਰਥ, ਹੁਣ ਅੱਜ ਕੱਲ੍ਹ ਉਹ ਟਾਈਮਜ਼ ਆਫ ਇੰਡੀਆ ਦਾ ਸਬ ਐਡੀਟਰ ਲੱਗਾ ਹੋਇਆ ਹੈ, ਇੱਕ ਉਹ ਪੈਨਲ ਦੇ ਵਿੱਚ ਸੀ ਜੀ। ਇੱਕ ਕੋਈ ਸ਼ੰਕਰਾਚਾਰੀਆ ਦਾ ਜੂਨੀਅਰ ਬੰਦਾ ਇੱਥੇ ਵਿਜ਼ਿਟ ਕਰ ਰਿਹਾ ਸੀ, ਉਹਨੂੰ ਇਨਵਾਈਟ ਕੀਤਾ। ਇੱਕ ਟਾਈਮਜ਼ ਆਫ ਇੰਡੀਆ ਦੀ ਜਰਨਲਿਸਟ ਸੀ, ਉਹਨੂੰ ਕਾਫੀ ਦੇਰ ਬਾਅਦ ਲਗਭਗ 20 ਸਾਲ ਬਾਅਦ ਵਾਸ਼ਿੰਗਟਨ ਵੀ ਇੱਕ ਪੈਸ਼ਨ ਫਾਰ ਟਰੂਥ TV ਪ੍ਰੋਗਰਾਮ ਉਹਦੇ ਪੈਨਲ 'ਚ ਮੇਰੇ ਨਾਲ ਆਈ ਤੇ ਮੈਨੂੰ ਕਹਿੰਦੇ ਕਿ ਯਾਦ ਹੈ 20 ਸਾਲ ਪਹਿਲਾਂ ਅਸੀਂ ਮਿਲੇ ਸੀ, ਤੇ ਮੈਨੂੰ ਪਤਾ ਸੀ ਕਿ ਵੀ ਇਹ ਉਦੋਂ ਟਾਈਮਜ਼ ਆਫ ਇੰਡੀਆ ਨਾਲ ਸੀ, ਹੁਣ ਨਹੀਂ ਹੈ ਜੀ ਜੀ। ਸੋ ਇਸੇ ਤਰ੍ਹਾਂ ਇੱਕ ਜਿਹੜਾ ਸ਼ਾਇਦ ਟ੍ਰਿਨੀਡੈਡ ਦਾ ਮੁਸਲਮਾਨ ਜਿਹੜਾ ਸਕਾਲਰ ਸੀ, ਉਹ ਵੀ ਉਸ ਪੈਨਲ ਦੇ ਵਿੱਚ ਸੀ। ਸੋ ਮੈਂ ਹੁਣ ਜਦੋਂ ਜ਼ਿਕਰ ਕਰ ਰਿਹਾ ਨੇ ਤਾਂ ਮੈਂ ਇਹ ਵੇਰਵਾ ਇਸ ਲਈ ਦਿੱਤਾ ਹੈ ਜੀ ਕਿ ਇਹ ਆਲਮੋਸਟ 19 ਸਾਲ ਪਹਿਲਾਂ ਵੀ ਜੋ ਮੇਰੇ ਸਾਹਮਣੇ ਇਮੇਜ ਸੀ ਜਾਂ ਜੋ ਉਸ ਡਿਸਕਸ਼ਨ ਦੇ ਵਿੱਚ ਮੈਂ ਕਿਹਾ, ਅੱਜ ਵੀ ਜਿਹੜੀ ਹਕੀਕਤ ਹੈ ਉੱਥੇ ਕੀ ਖੜੀ ਹੈ। ਹਾਲਾਂਕਿ ਉਦੋਂ ਨਰਸਿਮਹਾ ਰਾਓ ਨੇ ਇੱਕਦਮ ਬਿਆਨ ਦਿੱਤਾ ਸੀ ਕਿ ਜੀ ਅਸੀਂ ਇਸ ਮਸਜਿਦ ਨੂੰ ਦੁਬਾਰਾ ਬਣਾਵਾਂਗੇ, ਸਰਕਾਰੀ ਖਰਚ ਤੇ ਬਣਾਵਾਂਗੇ, ਔਰ ਕੰਡੈਮਨੇਸ਼ਨ ਦੂਜੀ ਤੀਜੀ ਹੋ ਰਹੀ ਸੀ ਜੀ। ਔਰ ਉਸ ਡਿਸਕਸ਼ਨ 'ਚ ਵੀ ਮੈਂ ਇਹ ਕਿਹਾ ਸੀ ਕਿ ਵੀ ਇਹ ਗੱਲ ਇੱਕ ਸਟਰਕਚਰ ਦੀ ਨਹੀਂ ਹੈ, ਇੱਕ ਢਾਂਚੇ ਦੀ ਨਹੀਂ ਹੈ ਕਿ ਇੱਕ
ਵੈਦਰ ਉੱਥੇ ਕੋਈ ਮਸਜਿਦ 'ਚ ਨਮਾਜ਼ ਪੜ੍ਹਦਾ ਸੀ ਨਹੀਂ ਪੜ੍ਹਦਾ ਸੀ, ਉਹ ਟੁੱਟੀ ਭੱਜੀ ਸੀ ਕਿ ਸਬੂਤੀ ਸੀ। ਜੀ ਇਹ ਇੱਕ ਜ਼ਹਿਨੀਅਤ ਹੈ ਕਿ ਜੇ ਇੰਦਰਾ ਗਾਂਧੀ ਨੇ ਜੂਨ ਦੇ ਪਹਿਲੇ ਹਫਤੇ ਜੂਨ 84 ਚ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਜੀ ਤੇ ਉਹਨਾਂ ਨੇ ਉਹ ਦਰਵਾਜ਼ਾ ਖੋਲ ਦਿੱਤਾ ਜਿਹੜਾ ਵੀ ਲੋਕਤੰਤਰ ਦੀ ਇੱਕ ਮਾੜੀ ਮੋਟੀ ਸ਼ਰਮ ਦੇ ਨਾਂ ਥੱਲੇ ਨਹਿਰੂ ਨੇ ਇੱਕ ਫਰਾਡ ਜਿਹਾ ਖੜਾ ਕੀਤਾ ਸੀ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ। ਉਹਨਾਂ ਨੇ ਮੈਸੇਜ ਬੜਾ ਕਲੀਅਰ ਦੇ ਦਿੱਤਾ ਕਿ ਵੀ ਇਹ ਮੁਲਕ ਬਹੁ ਗਿਣਤੀ ਦਾ ਹੈ ਜੀ ਔਰ ਇੱਥੇ ਜੇ ਤੁਸੀਂ ਰਹਿਣਾ ਤੇ ਸਾਡੇ ਮੁਤਾਬਕ ਤੁਹਾਨੂੰ ਰਹਿਣਾ ਪਏਗਾ। ਔਰ ਹਾਲਾਂਕਿ ਇੰਦਰਾ ਗਾਂਧੀ ਕਾਂਗਰਸ ਪਾਰਟੀ ਦੀ ਲੀਡਰ ਸੀ, ਕੋਈ ਹਿੰਦੂਤਵੀ ਏਜੰਡਾ ਤਾਂ ਨਹੀਂ ਸੀ, ਬੀਜੇਪੀ ਦੀ ਤਾਂ ਨਹੀਂ ਸੀ, ਲੇਕਿਨ ਜਦੋਂ ਤੁਸੀਂ ਦੋਨੋਂ ਚੀਜ਼ਾਂ ਮਿਲਾ ਕੇ ਦੇਖਦੇ ਹੋ ਕਿ ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਅਟਲ ਬਿਹਾਰੀ ਵਾਜਪਾਈ ਕਹਿੰਦੇ ਨੇ। ਹਾਲਾਂ ਹੁਣ ਜਦੋਂ ਨਰਿੰਦਰ ਮੋਦੀ ਵਰਗੇ ਬੰਦੇ ਅੱਗੇ ਆ ਗਏ ਤਾਂ ਵਾਜਪਾਈ ਤਾਂ ਬੜਾ ਸੌਫਟ ਫੇਸ ਸੀ ਹਿੰਦੂਤਵਾਦ, ਸੋ ਉਹ ਵੀ ਉਹਨੂੰ ਦੁਰਗਾ ਮਾਤਾ ਕਹਿ ਰਹੇ ਕਿ ਵੀ ਉਹਨੇ ਸਿੱਖਾਂ ਨੂੰ ਸਬਕ ਸਿਖਾਇਆ। ਹੁਣ ਇਸ ਮੈਂਟਲ ਐਟੀਟਿਊਡ ਜਾਂ ਬੈਕਗ੍ਰਾਉਂਡ ਦੇ ਵਿੱਚ ਇੰਦਰਾ ਗਾਂਧੀ ਤੋਂ ਬਾਅਦ ਦੂਸਰਾ ਪ੍ਰਾਈਮ ਮਿਨਿਸਟਰ ਕਾਂਗਰਸ ਦਾ ਹੀ ਨਰਸਿਮਹਾ ਰਾਓ ਬਣਦਾ ਦਿੱਲੀ, ਜਿਹਦੇ ਪੀਰੀਅਡ 'ਚ ਮੈਕਸਿਮਮ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਕਿਲਿੰਗਸ ਹੋਈਆਂ 92 ਤੋਂ 94 ਤੱਕ। ਜਦੋਂ ਬੇਅੰਤ ਸਿੰਘ KP ਗਿੱਲ ਨੇ 50,000 ਸਿੱਖ ਮੁੰਡਾ ਮਾਰੇ, ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਹੈ। ਹੁਣ ਇਹੀ ਨਰਸਿਮਹਾ ਰਾਓ ਜਿਹੜਾ ਉਸ ਨੂੰ ਇੰਟੈਲੀਜੈਂਸ ਰਿਪੋਰਟਸ ਆ ਰਹੀਆਂ ਨੇ ਕਿ ਵੀ ਇੱਥੇ ਉਹਨਾਂ ਦਾ ਪਹੁੰਚ ਗਿਆ ਕੰਮ ਹਿੰਦੂਤਵੀਆਂ ਦਾ ਡੇਗਣਾ, ਉਹਨੇ ਬਿਲਕੁਲ ਮੂੰਹ ਬੰਦ ਰੱਖਿਆ ਹੋਇਆ ਜੀ ਔਰ ਸੁਪਰੀਮ ਕੋਰਟ ਵੀ ਚੁੱਪ ਕਰਕੇ ਬੈਠੇ ਔਰ ਪਤਾ ਸੀ ਉਹਨਾਂ ਨੂੰ। ਸੋ ਨਰਸਿਮਹਾ ਰਾਓ ਨੇ, ਔਰ ਉਸ ਤੋਂ ਪਹਿਲਾਂ ਜੇ ਤੁਸੀਂ ਦੇਖਣਾ ਹੋਵੇ ਵੀ ਬਾਬਰੀ ਮਸਜਿਦ ਦੇ ਤਾਲੇ ਕਿਹਨੇ ਖੁਲਾਏ, ਤੇ ਜਦੋਂ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣਿਆ 85 ਦੇ ਵਿੱਚ, ਉਦੋਂ ਸਭ ਤੋਂ ਪਹਿਲਾਂ ਜਿਹੜਾ ਕਿ ਡਿਸਪਿਊਟਡ ਸੀ ਬਾਬਰੀ ਮਸਜਿਦ ਦਾ ਝਗੜਾ ਪਹਿਲਾਂ ਵੀ ਰਿਹਾ, ਲੇਕਿਨ ਉਹਦੇ ਜਿਹੜੇ ਮੇਨ ਜੰਦੇ ਖੋਲਣੇ ਨੇ ਉਹ ਰਾਜੀਵ ਗਾਂਧੀ ਦਾ ਕੰਮ ਸੀ। ਸੋ ਜਿਹੜਾ ਉਹ ਕੰਮ ਨਰਸਿਮਹਾ ਰਾਓ ਨੇ ਕੀਤਾ ਹੈ ਆਪਣੇ ਪੀਰੀਅਡ 'ਚ ਮਸਜਿਦ ਢਵਾਈ, ਉਹ ਆਲਰੇਡੀ ਰਾਜੀਵ ਗਾਂਧੀ ਨੇ ਉਹਦੀ ਸ਼ੁਰੂਆਤ ਕਰ ਦਿੱਤੀ ਸੀ, ਦਰਵਾਜ਼ੇ ਖੋਲ ਕੇ ਜੀ ਇੱਥੇ ਪ੍ਰਾਰਥਨਾ ਕਰ ਸਕਦੇ ਹੋ, ਇੱਥੇ ਫਲਾਹ ਕਰ ਸਕਦੇ ਹੋ ਜਾਂ ਦੂਸਰਾ ਕਰ ਸਕਦੇ ਹੋ ਜੀ। ਸੋ ਜ਼ਾਹਰ ਹੈ ਕਿ ਵੀ ਜਿਉਂ ਹੀ ਇਹ ਢਾਈ ਗਈ ਮਸਜਿਦ, ਔਰ ਇਹ ਗੱਲ ਜਿਹੜੀ ਹੈ ਬਹੁਤ ਸਾਰਿਆਂ ਨੇ, ਸ਼ਾਇਦ ਅਡਵਾਨੀ ਨੇ ਵੀ ਕਿ ਮੇਰੀ ਅੱਖਾਂ 'ਚ ਅਥਰੂ ਆ ਗਏ ਖੁਸ਼ੀ ਦੇ, ਔਰ ਚਾਰ ਚਫੇਰੇ। ਔਰ ਉਦੋਂ ਹੀ ਜਿਵੇਂ ਜੂਨ 84 ਦਾ ਜਦੋਂ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਤੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਕੋਰੀਡੋਰ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਹੁਣ ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਜੀ। ਔਰ ਅੱਜ ਵੀ ਹੁਣ ਆ ਪਿੱਛੇ ਤਿਲਕ ਵਿਹਾਰ ਦੇ ਵਿੱਚ ਕੋਈ ਝਗੜਾ ਹੋਇਆ, ਕਿਸੇ ਸਿੱਖ ਨੂੰ ਬੇਅਦਬ ਕੀਤਾ ਕਿਰਾਏਦਾਰ ਨੇ ਜਿਹੜਾ ਉਹਦੇ ਹੀ ਘਰ 'ਚ ਬੈਠਾ, ਤੇ ਉਹਨੂੰ ਕਹਿੰਦਾ ਜੀ ਆਪਕੋ ਨਵੰਬਰ 84 ਭੁੱਲ ਗਿਆ ਜੀ। ਸੋ ਜ਼ਾਹਿਰ ਹੈ ਵੀ ਉਹਨਾਂ ਨੇ ਉਹ ਮਾਰ ਜਦੋਂ ਕੌਮਾਂ ਨੂੰ ਮਾਰੀ ਜਾਂਦੀ ਹੈ, ਉਹਨਾਂ ਨੂੰ ਉਹ ਸਬਕ ਸਿਖਾਉਣ ਲਈ ਹੁੰਦੀ ਹੈ। ਤੇ ਇਧਰ ਬਾਬਰੀ ਮਸਜਿਦ ਢੱਠਦੀ ਹੈ ਔਰ ਉਸੇ ਹੀ ਕੋਰੀਡੋਰ ਆਫ ਪਾਵਰ ਦੇ ਵਿੱਚ ਸੱਤਾ ਦੇ ਗਲਿਆਰਿਆਂ 'ਚ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਨਾਰਾ ਬੁਲੰਦ ਹੁੰਦਾ ਹੈ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਇਹ ਤਾਂ ਜੇ ਤੁਹਾਨੂੰ ਅਸੀਂ ਟ੍ਰੇਲਰ ਦਿਖਾਇਆ, ਅਜੇ ਅਸੀਂ ਤੁਹਾਡੀ ਮਥੁਰਾ ਦੀ ਮਸਜਿਦ ਵੀ ਤੋੜਨੀ ਹੈ ਔਰ ਬਨਾਰਸ ਦੀ ਮਸਜਿਦ ਵੀ ਤੋੜਨੀ ਹੈ। ਸੋ ਜ਼ਾਹਰ ਹੈ ਕਿ ਜਿਹੜਾ ਪਾਰਟ ਜਦੋਂ ਤੁਸੀਂ ਇੱਕ ਤੋਂ ਬਾਅਦ ਇੱਕ, ਕਿਉਂਕਿ 92 ਦਾ ਮਸਜਿਦ ਦਾ ਢਾਣਾ ਕਾਂਗਰਸ ਔਰ ਬੀਜੇਪੀ ਦੀ ਮਿਲੀ ਭੁਗਤ ਸੀ ਨਤੀਜਾ, ਕਿਉਂਕਿ ਜੇ ਉਸ ਤੋਂ ਨਿਕਲ ਗਏ ਫਿਰ 2002 ਚ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ ਦੇ ਵਿੱਚ ਕੀਤਾ। ਹੁਣ ਕਿਉਂਕਿ ਗੁਜਰਾਤ ਦੇ ਉਸ ਕਤਲੇਆਮ ਦੇ ਲਈ ਮੋਦੀ ਔਰ ਵੱਡੇ ਮਗਰਮੱਛ ਜਿਹੜੇ ਨੇ ਉਹ ਬਾਹਰ ਨੇ, ਜਿਵੇਂ ਨਵੰਬਰ 84 ਦੇ ਲਈ ਇਹ ਮਗਰਮੱਛ ਬਾਹਰ ਨੇ, ਤੇ ਨਤੀਜੇ ਦੇ ਤੌਰ ਤੇ ਅੱਜ ਮੁਜ਼ੱਫਰਪੁਰ ਯੂਪੀ ਦੇ ਵਿੱਚ ਸੋਸ਼ਲਿਸਟ ਪਾਰਟੀ ਦੀ ਸਰਕਾਰ ਦੇ ਥੱਲੇ ਫਿਰ ਸੈਂਕੜਿਆਂ ਮੁਸਲਮਾਨ ਮਾਰੇ ਗਏ ਨੇ, ਲੱਖਾਂ ਜਿਹੜੇ ਨੇ ਬੇਘਰ ਹੋਏ ਨੇ। ਸੋ ਵੀਰ ਰਮਿੰਦਰ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਕਿ ਵੀ ਸਾਡਾ ਆਦਰਸ਼ ਤਾਂ ਏਕ ਪਿਤਾ ਏਕ ਇਸਕੇ ਹਮ ਬਾਰਕ ਹੈ। ਅਸੀਂ ਕੋਈ ਆਮ ਹਿੰਦੂ ਵੀ ਵੀਰ ਭੈਣਾਂ ਜਿੰਨੇ ਨੇ, ਸਾਡਾ ਕੋਈ ਉਹਨਾਂ ਦੇ ਨਾਲ ਕਿਸੇ ਧਰਮ ਦੇ ਨਾਲ ਤਾਂ ਸਾਡੀ ਲੜਾਈ ਨਹੀਂ ਹੈ, ਲੇਕਿਨ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਜਦੋਂ ਘੱਟ ਗਿਣਤੀਆਂ ਦੇ ਨਾਲ ਕੁਝ ਵਾਪਰਦਾ ਜੀ ਤੇ ਬਹੁ ਗਿਣਤੀ ਜਿਹੜੀ ਹੈ ਇੱਕ ਹਿੱਸਾ ਤਾਂ ਸਿਆਸੀ ਪਾਵਰ ਦੀ ਭੁੱਖ 'ਚ ਕਰਦਾ, ਦੂਸਰਾ ਚੁੱਪ ਕਰ ਜਾਂਦਾ। ਸੋ ਚੁੱਪ ਕਰਨਾ ਵੀ ਸਹਿਮਤੀ ਦੇਣਾ ਹੁੰਦਾ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਸਾਇਲੈਂਸ ਇਜ਼ ਹਾਫ ਐਕਸੈਪਟੈਂਸ, ਵੀ ਉਹ ਵੀ ਦੇਣਾ ਹੁੰਦਾ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਖੁਸ਼ਵੰਤ ਸਿੰਘ ਦਾ ਕੋਈ ਖਾਲਿਸਤਾਨੀ ਨਹੀਂ ਹੈ, ਉਹ ਸਿੱਖ ਵੀ ਨਹੀਂ ਹੈ, ਕਿਉਂਕਿ ਉਹ ਕਹਿੰਦਾ ਮੈਂ ਨਾਸਤਕ ਹੈ, ਮੇਰਾ ਰੱਬ 'ਚ ਯਕੀਨ ਨਹੀਂ ਹੈ, ਆਈ ਐਮ ਸਿੱਖ ਬਾਈ ਐਕਸੀਡੈਂਟ ਜੀ। ਬਾਕੀ ਉਹ ਜਿੰਨਾ ਪਿੰਡਾਂ ਵਾਲਿਆਂ ਦੇ ਵਿਰੁੱਧ ਲਿਖਦਾ ਹੈ, ਖਾਲਿਸਤਾਨ ਦੇ ਵਿਰੁੱਧ ਲਿਖਦਾ ਹੈ, ਕਿਸੇ ਹਿੰਦੂ ਲਿਖਾਰੀ ਨੇ ਨਹੀਂ ਲਿਖਿਆ ਹੋਣਾ ਜੀ। ਲੇਕਿਨ ਉਹ ਇਹ ਕਹਿੰਦਾ ਹੈ, ਉਹਦੀ ਜ਼ਬਾਨੀ ਹੈ, ਜਦੋਂ ਨਵੰਬਰ 84 ਜੂਨ 84 ਹੋਇਆ
ਤੇ ਉਹ ਰਾਜ ਸਭਾ ਦਾ ਮੈਂਬਰ ਸੀ ਅਪਰ ਹਾਊਸ ਦਾ, ਕਿਉਂਕਿ 12 ਮੈਂਬਰ ਰਾਜ ਸਭਾ ਦੇ ਪ੍ਰੈਜ਼ੀਡੈਂਟ ਵੱਲੋਂ ਨੋਮੀਨੇਟ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਪ੍ਰਾਈਮ ਮਿਨਿਸਟਰ ਰਿਕਮੈਂਡ ਕਰਦਾ ਜੀ। ਸੋ ਉਹਨੇ ਕਿਹਾ ਕਿ ਜੀ ਮੈਂ ਇਸ ਕਤਲੇਆਮ ਦੇ ਲਈ ਔਰ ਇਸ ਜੋ ਵਾਪਰਿਆ ਉਹਦੇ ਲਈ ਮੈਂ ਚਾਹੁੰਦਾ ਸੀ ਕਿ ਜਿਹੜਾ ਇੱਕ ਮਤਾ ਲਿਆਂਦਾ ਜਾਏ ਰਾਜ ਸਭਾ 'ਚ, ਕੰਡੈਮ ਕੀਤਾ ਜਾਏ ਕਿ ਵੀ ਆ ਸਿੱਖਾਂ ਦਾ ਕਤਲੇਆਮ ਨਵੰਬਰ 84 'ਚ ਹੋਇਆ। ਉਹਨੇ ਕਿਹਾ ਜੀ ਮੇਰੇ ਨਾਲ ਕੋਈ ਖਲੋਣ ਨੂੰ ਤਿਆਰ ਨਹੀਂ ਹੋਇਆ, ਔਰ ਉਹ ਮਤਾ ਅੱਜ ਤੱਕ ਵੀ ਨਹੀਂ ਪਾਸ ਹੋਇਆ ਕਦੇ। ਅੱਜ ਤੱਕ ਇੰਨੀਆਂ ਹਕੂਮਤਾਂ ਬਣੀਆਂ ਨੇ, ਵਾਜਪਾਈ ਜਿਹਦੇ ਨਾਲ ਅਕਾਲੀ ਜਿਹੜੇ ਨੇ ਬੀਜੇਪੀ ਦੀ ਸਰਕਾਰ 'ਚ ਰਹੇ ਨੇ, ਹੁਣ ਨਰਿੰਦਰ ਮੋਦੀ ਦਾ ਝੰਡਾ ਚੁੱਕਿਆ ਹੋਇਆ, ਲੇਕਿਨ ਇਹਦੇ ਬਾਵਜੂਦ ਆ ਇੱਕ ਪਿੱਛੇ ਜੇ ਡਰਾਮਾ ਨਾਨਾਵਤੀ ਕਮਿਸ਼ਨ ਤੋਂ ਬਾਅਦ ਮਨਮੋਹਨ ਸਿੰਘ ਕੇ ਜੀ ਸਭ ਸੇ ਗਲਤੀਆਂ ਹੋਈ ਔਰ ਫਲਾਣਾ ਹੋਇਆ। ਮਨਮੋਹਨ ਸਿੰਘ ਦੀ ਮਾਫੀ ਜਾਂ ਕਿਹੜੀ ਮਾਫੀ ਮੰਗੀ ਆ ਉਹਨੇ? ਮਾਫੀ ਉਦੋਂ ਹੋਏਗੀ ਜਦੋਂ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏਗਾ ਜੀ। ਹੁਣ ਬਾਬਰੀ ਮਸਜਿਦ ਢਾਣ ਤੋਂ ਬਾਅਦ ਕਿੰਨੇ ਕਮਿਸ਼ਨ ਬਣੇ ਨੇ, ਕਿੰਨੀਆਂ ਅਖਬਾਰਾਂ 'ਚ ਆਉਂਦੀਆਂ ਸੀ ਜੀ ਫਲਾਣੇ ਦੀ ਗਵਾਹੀ ਹੋਈ, ਫਲਾਣੇ ਦਾ ਹੋਇਆ, ਇੰਨਾ ਹੋਇਆ। ਕਿੰਨੇ ਸਾਲ ਹੋ ਗਏ ਨੇ? ਕਿਸੇ ਨੂੰ ਕੋਈ ਹੈ ਕਿ ਵੀ? ਔਰ ਅਡਵਾਨੀ ਉਹਦਾ ਮਾਸਟਰਮਾਈਂਡ ਸੀ ਸਾਰੇ ਦਾ ਬਾਬਰੀ ਮਸਜਿਦ ਤੋੜਨ ਦਾ ਜੀ। ਸੋ ਅੱਜ ਉਹਨੇ ਪ੍ਰਾਈਮ ਮਿਨਿਸਟਰ ਬਣਨਾ ਸੀ, ਜਿੱਤ ਜਾਂਦਾ। ਹੁਣ ਉਸ ਦਾ ਵੀ ਇੱਕ ਅੱਗੋਂ ਪਿਓ ਆ ਗਿਆ ਨਰਿੰਦਰ ਮੋਦੀ, ਜਿਹਨੂੰ ਅੱਗੋਂ ਬਣਾਉਣ ਲਈ ਜਿਹੜੇ ਨੇ ਤਿਆਰ ਨੇ। ਔਰ ਇਹ ਬੀਜੇਪੀ ਦੇ ਮੈਨੀਫੈਸਟੋ 'ਚ ਲਗਾਤਾਰਤਾ ਨਾਲ ਕਿ ਜੀ ਅਸੀਂ ਉੱਥੇ ਬੜਾ ਭਵਯ ਮੰਦਿਰ ਬਣਾਏਗੇ, ਬਹੁਤ ਬੜਾ ਮੰਦਿਰ ਬਣਾਏਗੇ ਜੀ। ਹੁਣ ਇਹਨਾਂ ਹਾਲਾਤਾਂ 'ਚ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਭਾਈ ਸਾਡੀ ਹਮਦਰਦੀ ਔਰ ਸਾਡਾ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਸ ਗੱਲ ਬਾਰੇ ਘੱਟੋ ਘੱਟ ਮੈਨੂੰ ਕੋਈ ਜਿਹੜਾ ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਸਾਡੀ ਡੈਸਟੀਨੀ ਜਿਹੜੀ ਹੈ ਉਸ ਖਿੱਤੇ ਦੇ ਵਿੱਚ ਘੱਟ ਗਿਣਤੀਆਂ ਦੀ, ਅਕਲੀਅਤਾਂ ਦੀ, ਮਾਈਨੋਰਿਟੀਜ਼ ਦੀ, ਉਹ ਟੁਗੈਦਰ ਹੈ ਜੀ। ਸਾਨੂੰ ਇਕੱਠੇ ਹੋਣਾ ਪਏਗਾ। ਔਰ ਇਹ ਜੇ ਸਾਡੀਆਂ ਘੱਟ ਗਿਣਤੀਆਂ ਔਰ ਈਵਨ ਹਿੰਦੂ ਸਮਾਜ ਵਿਚਲੇ ਵੀ ਉਸ ਵਰਗ ਦੇ ਲੋਕ ਜਿਹੜੇ ਕਿ ਹੈਵ ਨਾਟ ਨੇ, ਗਰੀਬੀ ਨਾਲ ਜੇ 40% ਲੋਕ ਹਿੰਦੁਸਤਾਨ ਦੇ ਵਿੱਚ ਇੱਕ ਡੰਗ ਦੀ ਰੋਟੀ ਉਹਨਾਂ ਨੂੰ ਮਿਲਦੀ ਹੈ, ਉਹਨਾਂ ਨੇ ਹਿੰਦੂਤਵਾ ਜਾਂ ਕਮਿਊਨਿਜ਼ਮ ਜਾਂ ਸੋਸ਼ਲਿਜ਼ਮ ਤੋਂ ਕੀ ਲੈਣਾ? ਉਹਨਾਂ ਦੇ ਲਈ ਤਾਂ ਜਿਵੇਂ ਕਹਿੰਦੇ ਨੇ, ਭੁੱਖੇ ਨੂੰ ਪੁੱਛਿਆ ਵੀ 2 ਤੇ 2 ਕੀ ਹੁੰਦੇ ਨੇ, ਉਹਨੇ ਕਿਹਾ ਜੀ 4 ਰੋਟੀਆਂ ਜੀ। ਉਹਦੇ ਲਈ ਤਾਂ ਰੋਟੀਆਂ ਦਾ ਮਤਲਬ ਹੈ। ਸੋ ਮੁੱਢਲੇ ਤੌਰ ਤੇ ਕਿਸੇ ਸਿਸਟਮ ਨੇ ਵੀ 66 ਸਾਲ 'ਚ ਉਸ ਵਰਗ ਦੀ ਪੁੱਛਗਿੱਛ ਨਹੀਂ ਕੀਤੀ ਹੈ ਔਰ ਉਹ ਸਫਰ ਕਰਦੇ ਨੇ। ਸੋ ਕੁੱਲ ਮਿਲਾ ਕੇ ਮੈਂ ਇਹ ਕਹਾਂਗਾ ਕਿ ਜੇ ਅਸੀਂ ਅੱਜ ਹਿੰਦੁਸਤਾਨ ਦੇ ਨਕਸ਼ੇ 'ਚ ਜਿਹੜਾ 23-24 ਮਿਲੀਅਨ ਦੇ ਕਰੀਬ ਸਿੱਖ ਨੇ, ਉਸ ਤੋਂ ਥੋੜੇ ਜ਼ਿਆਦਾ ਹੀ ਹੋਣਗੇ ਜੀ। 150 ਮਿਲੀਅਨ ਦੇ ਲਗਭਗ ਮੁਸਲਮਾਨ ਨੇ, 28-30 ਮਿਲੀਅਨ ਦੇ ਲਗਭਗ ਕ੍ਰਿਸਚਨ ਨੇ, ਔਰ ਜੇ ਅਸੀਂ ਦਲਿਤ ਵਰਗ ਜਿਹੜਾ ਵੱਡਾ ਸਮਾਜ ਦਾ ਵਰਗ ਹੈ ਉਹ ਵੀ ਆਲਮੋਸਟ 200 ਮਿਲੀਅਨ ਦੇ ਨੇੜੇ ਤੇੜੇ ਨੇ, ਟ੍ਰਾਈਬਲਸ ਨੇ ਜੀ। ਜੇ ਤੁਸੀਂ ਇਹਨਾਂ ਸਾਰਿਆਂ ਨੂੰ ਮਿਲਾ ਲਓ ਤੇ ਮੈਜੋਰਿਟੀ ਕੌਣ ਬਣਦਾ? ਪਰ ਇਹੀ ਹੈ ਕਿ ਵੀ ਉਹ ਸਾਰੇ, ਜਿਵੇਂ ਕਦੇ ਰੂਜ਼ਵੈਲਟ ਨੇ ਕਿਹਾ ਸੀ, ਅਮਰੀਕਾ ਦੇ ਪ੍ਰੈਜ਼ੀਡੈਂਟ ਨੇ, ਕਿ ਵੀ ਆਲ ਸ਼ੁੱਡ ਹੈਂਗ ਟੂਗੈਦਰ, ਅਦਰਵਾਈਜ਼ ਵੀ ਵਿਲ ਹੈਂਗ ਸੈਪਰੇਟਲੀ। ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਤਾਂ ਇਕੱਲੇ ਮਾਰ ਖਾਵਾਂਗੇ। ਜਿਵੇਂ ਨਾਜ਼ੀਆਂ ਨੇ ਮਾਰਿਆ, ਕਦੇ ਉਹਨਾਂ ਨੇ ਯਹੂਦੀਆਂ ਨੂੰ ਮਾਰਿਆ, ਜਿਪਸੀਆਂ ਨੂੰ ਮਾਰਿਆ, ਕਮਿਊਨਿਸਟਾਂ ਨੂੰ ਮਾਰਿਆ। ਸੋ ਅਸੀਂ ਸਮਝਦੇ ਹਾਂ ਕਿ ਇਹ ਵਾਕਿਆ ਜੇ ਜੂਨ 84 ਦੇ ਵੇਲੇ ਜਦੋਂ ਸਿੱਖਾਂ ਦੇ ਅਕਾਲ ਤਖਤ ਹਰਮੰਦਰ ਸਾਹਿਬ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਹੋਇਆ, ਤੇ ਫਿਰ ਜੇ ਹਿੰਦੁਸਤਾਨ ਭਰ ਦੀਆਂ ਮਾਈਨੋਰਿਟੀਜ਼ ਜਾਂ ਹਿੰਦੂਆਂ ਵਿਚਲੇ ਵੀ ਸਚਿਆਰੇ ਜਿਹੜੇ ਲੋਕ ਨੇ ਉਹ ਖਲੋ ਜਾਂਦੇ, ਤੇ ਫਿਰ ਇਹ 92 'ਚ ਮੁਸਲਮਾਨਾਂ ਦੀ ਬਾਬਰੀ ਮਸਜਿਦ ਨਹੀਂ ਸੀ ਢਾਈ ਜਾਣੀ। ਔਰ ਕੱਲੀ ਮਸਜਿਦ ਨਹੀਂ ਢਾਈ ਗਈ, ਉਸ ਤੋਂ ਬਾਅਦ ਬੰਬਈ ਤੋਂ ਲੈ ਕੇ ਅਯੁੱਧਿਆ ਤੱਕ ਫਿਰਕੂ ਦੰਗਿਆਂ ਦੇ ਨਾਂ ਥੱਲੇ ਸੈਂਕੜਿਆਂ ਮੁਸਲਮਾਨ ਮਾਰੇ ਗਏ। ਔਰ ਉਹ ਜਿਹੜੀਆਂ ਜਨੂਨੀ ਭੀੜਾਂ ਸੀ ਹਿੰਦੂਤਵਾ ਵਾਲੀਆਂ, ਬੰਬਈ ਦੇ ਵਿੱਚ ਵੀ ਉਹਨਾਂ ਨੇ ਸਲਮਸ 'ਚ ਜਾ ਕੇ, ਦੂਸਰਿਆਂ 'ਚ ਜਾ ਕੇ ਗਰੀਬ ਮੁਸਲਮਾਨ ਜਿਹੜੇ ਨੇ ਜਿਉਂਦੇ ਅੱਗ ਲਾ ਕੇ ਸਾੜ ਦਿੱਤੇ ਜੀ ਜੀ। ਔਰ ਉਹ ਜਿਹੜੇ ਜਿਹਨੂੰ ਰਾਈਟਿੰਗ ਕਿਹਾ ਗਿਆ, ਉਹਦੀਆਂ ਕਈ ਰਿਪੋਰਟਾਂ ਆਈਆਂ ਨੇ, ਕੌਣ ਪਿੱਛੇ ਅੱਜ ਤੱਕ ਨਾ ਕੋਈ ਜਿਹੜਾ ਕਿਸੇ ਨੂੰ ਸਜ਼ਾ ਯਾਫਤਾ ਕੀਤਾ ਗਿਆ। ਔਰ ਬਾਲ ਠਾਕਰੇ ਔਰ ਦੂਸਰੇ ਅਫਸਰ, ਜਦੋਂ ਉਹਦਾ ਜਵਾਬ ਦਾਊਦ ਇਬਰਾਹਿਮ ਨੇ ਦਿੱਤਾ ਬੰਬਈ ਦੇ ਵਿੱਚ, ਇੱਕੋ ਦਿਨ 'ਚ 8-10 ਥਾਵਾਂ ਦੇ ਉੱਤੇ ਜਿਹੜੇ ਉਹ ਬੰਬ ਧਮਾਕੇ ਹੋਏ, ਜਿਹਦੇ 'ਚ ਉਹਨਾਂ ਦੀ ਸਟਾਕ ਐਕਸਚੇਂਜ ਵੀ ਸ਼ਾਮਲ ਸੀ। ਫਿਰ ਚੀਕਾਂ ਮਾਰਨ ਲੱਗ ਗਏ ਕਿ ਜੀ ਸਾਡੀ ਅਰਥ ਵਿਵਸਥਾ ਵਿਗਾੜ ਰਹੇ ਨੇ, ਸਾਡਾ ਫਲਾਣਾ ਕਰ ਰਹੇ ਨੇ। ਜੇ ਕੋਈ ਵੀ ਸਮਾਜ ਜਾਂ ਸੁਸਾਇਟੀ ਸੱਭਿਅਕ ਤਰੀਕੇ ਦੇ ਨਾਲ ਲੋਕਾਂ ਦੇ ਕੰਸਰਨ ਜਿਹੜੇ ਹੈ ਉਹਨਾਂ ਨੂੰ ਐਡਰੈਸ ਨਹੀਂ ਕਰੇਗੀ। ਹੁਣ ਆ ਭਾਈ ਗੁਰਬਖਸ਼ ਸਿੰਘ ਨੂੰ ਜਿਸ ਤਰੀਕੇ ਨਾਲ ਪੁਲਿਸ ਨੇ ਜ਼ਲੀਲ ਕਰਕੇ, ਧੱਕੇਸ਼ਾਹੀ ਨਾਲ, ਲਾਅ ਆਫ ਦਾ ਲੈਂਡ ਫਲੋਟ ਕਰਕੇ ਗ੍ਰਿਫਤਾਰ ਕੀਤਾ, ਫਿਰ ਹੁਣ ਤੁਸੀਂ ਕੀ ਸੁਨੇਹਾ ਦੇ ਰਹੇ ਹੋ? ਜਦੋਂ ਤੁਸੀਂ ਲਾਅ ਦੀ ਪ੍ਰੋਸੈਸ 'ਚ ਆਣ ਨਹੀਂ ਦਿਓਗੇ ਕਿਸੇ ਨੂੰ, ਫਿਰ ਕੀ ਹੋਏਗਾ? ਹਥਿਆਰਬੰਦ ਸੰਘਰਸ਼ ਤੋਂ ਬਿਨਾਂ
ਫਿਰ ਕਿਹੜਾ ਰਸਤਾ ਬਾਕੀ ਬਚਦਾ ਹੈ। ਜੀ ਸੋ ਅਸੀਂ ਸਮਝਦੇ ਹਾਂ ਕਿ ਇਹ ਲਗਾਤਾਰਤਾ ਦੇ ਨਾਲ ਜਿਹੜਾ ਵੱਡੀ ਬਹੁ ਗਿਣਤੀ ਹੈ ਹਿੰਦੁਸਤਾਨ ਦੀ ਮੁਸਲਮਾਨ, ਉਹਨਾਂ ਦੇ ਨਾਲ ਇੱਕ ਪਾਸੇ ਬਾਕੀ ਮੁਸਲਮਾਨਾਂ ਨੂੰ, ਔਰ ਜਿਵੇਂ ਸਿੱਖਾਂ ਨੂੰ ਫਿਰ 84 ਤੋਂ ਬਾਅਦ ਅੱਜ ਤੱਕ ਵੀ ਆਤੰਕਵਾਦੀ, ਅਲਗਾਵਵਾਦੀ ਆਪਣੇ ਹੀ ਉਹਨਾਂ ਨੇ ਕੈਟਾਂ ਵਿੱਚ ਵਾੜੀਆਂ, ਉਹਨਾਂ ਦੇ ਅੱਡ-ਅੱਡ ਨਾਂ ਰੱਖੇ, ਕੋਈ ਦਸ਼ਮੇਸ਼ ਰੈਜੀਮੈਂਟ, ਕੋਈ ਫਲਾਣਾ, ਉਹਨਾਂ ਤੋਂ ਹੀ ਕਰਤੂਤਾਂ ਕਰਵਾਈਆਂ, ਉਹੀ ਸਿੱਖਾਂ ਦੇ ਖਾਤੇ 'ਚ ਪਾਈਆਂ। ਇਸੇ ਤਰ੍ਹਾਂ ਹਿੰਦੁਸਤਾਨ ਦੇ ਮੁਸਲਮਾਨਾਂ ਦਾ ਵੀ ਜੋ ਹਾਲ ਇਸ ਵੇਲੇ ਕੀਤਾ ਜਾ ਰਿਹਾ, ਕੋਈ ਸਿੰਮੀ ਜਥੇਬੰਦੀ, ਕੋਈ ਮੁਜਾਹਿਦੀਨ, ਇੰਡੀਅਨ ਮੁਜਾਹਿਦੀਨ, ਇਹ ਸਭ ਇਹਨਾਂ ਦੀ ਆਪਣੀ ਕ੍ਰੀਏਸ਼ਨ ਹੈ। ਔਰ ਉਹਦੇ 'ਚ ਜਾ ਕੇ ਗਰੀਬ ਵਿਚਾਰੇ ਮੁਸਲਮਾਨਾਂ ਦੇ ਬੱਚੇ ਜਿਹੜੇ ਗੁਰਬਤ ਦੇ ਵਿੱਚ ਮਰੇ ਹੋਏ ਨੇ, ਤੁਸੀਂ ਜਾ ਕੇ ਹਿੰਦੁਸਤਾਨ 'ਚ ਮੁਸਲਮਾਨਾਂ ਦਾ ਹਾਲ ਦੇਖੋ, ਫਿਰ ਦੇਖੋ ਵੀ ਗੁਲਾਮੀ ਕਿਹਨੂੰ ਕਹਿੰਦੇ ਨੇ। ਜੀ ਇਹ ਤਾਂ ਸਿੱਖਾਂ ਦੇ ਮਾਮਲੇ 'ਚ ਤਾਂ ਘੱਟੋ ਘੱਟ ਬਾਹਰ ਸਿੱਖ ਨਿਕਲ ਆਏ, ਇੱਥੋਂ ਪੈਸੇ ਜਾਂਦੇ ਨੇ, 30-35 ਬਿਲੀਅਨ ਡਾਲਰ ਪੰਜਾਬ 'ਚ ਐਨੂਅਲੀ ਬਾਹਰਲੇ ਸਿੱਖ ਭੇਜਦੇ ਨੇ, ਉੱਥੇ ਚੁੱਲ੍ਹਿਆਂ 'ਤੇ ਰੋਟੀ ਬਣਦੀ। ਅਦਰਵਾਈਜ਼ ਲੱਗ ਪਤੇ ਜਾਣ। ਮੁਸਲਮਾਨਾਂ ਦਾ ਬਹੁਤ ਬੁਰਾ ਹਾਲ, ਉਹਨਾਂ ਦੀਆਂ ਫੈਕਟਰੀਆਂ, ਜਦੋਂ ਇਹ ਰਾਈਟਿੰਗ ਦੇ ਨਾਂ ਥੱਲੇ ਹੁੰਦਾ, ਸਭ ਤੋਂ ਪਹਿਲਾਂ ਉਹਨਾਂ ਦੀਆਂ ਫੈਕਟਰੀਆਂ ਨੂੰ ਅੱਗਾਂ ਲਾਉਂਦੇ ਨੇ ਜਾ ਕੇ। ਔਰ ਉਹਨਾਂ ਨੂੰ ਕੋਈ ਘਰਾਂ 'ਚ, ਅਸੀਂ ਅੱਗੇ ਵੀ ਡਿਸਕਸ ਕੀਤਾ ਸੀ, ਘਰ ਨਹੀਂ ਦਿੰਦਾ ਉਹਨਾਂ ਨੂੰ ਕੋਈ। ਸੋ ਇਸ ਸਾਰੇ ਹਾਲਾਤ ਦੇ ਵਿੱਚ ਜੇ ਅਸੀਂ ਸਰਵਾਈਵ ਕਰਨਾ ਹੈ ਤੇ ਇਹ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਘੱਟ ਗਿਣਤੀਆਂ ਸਿੱਖ, ਮੁਸਲਮਾਨ, ਈਸਾਈ, ਦਲਿਤ, ਆਦੀਵਾਸੀ ਔਰ ਗਰੀਬ ਹਿੰਦੂ ਵੀ ਜਿਹੜਾ ਇਹ ਚਾਹੁੰਦਾ ਹੈ ਵੀ ਇਹਨਾਂ ਤੋਂ ਜਿਨ੍ਹਾਂ ਨੇ ਜੱਫਾ ਮਾਰਿਆ ਹੋਇਆ ਹੈ ਧਨ ਦੇ ਜ਼ੋਰ ਨਾਲ, ਕਰਪਸ਼ਨ ਦੇ ਜ਼ੋਰ ਨਾਲ, ਇਹ ਹਿੰਦੂਤਵਾਦੀਆਂ A ਤੇ B ਟੀਮਾਂ, ਬੀਜੇਪੀ ਔਰ ਕਾਂਗਰਸ, ਇਹਨਾਂ ਤੋਂ ਜੇ ਛੁਟਕਾਰਾ ਦਿਵਾਉਣਾ ਤੇ ਫਿਰ ਇਸ ਕਿਸਮ ਦਾ ਫਰੰਟ ਹੀ ਅਲਟੀਮੇਟਲੀ ਆਨਸਰ ਹੈ। ਅਦਰਵਾਈਜ਼ ਫਿਰ ਉਹ ਜੁੱਤੀਆਂ ਖਾਈ ਜਾਣ ਵਾਲੀ ਗੱਲ ਹੀ ਹੈਗੀ, ਉਹ ਆਪਣੀਆਂ ਖਾਈ ਜਾਣਗੇ, ਅਸੀਂ ਆਪਣੀਆਂ ਖਾਈ ਜਾਂਦੇ ਹਾਂ ਜ਼ਾਲਮਾਂ ਦੇ ਹੱਥੋਂ। ਜੀ ਡਾਕਟਰ ਸਾਹਿਬ, ਅਸੀਂ ਅਗਲੀ ਈਮੇਲ ਪੜਾਂਗੇ ਬ੍ਰੇਕ ਤੋਂ ਬਾਅਦ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।